ਚਾਚਾ ਤੁਸੀਂ ਕਦੀ ਸੁਣਿਆ ਹੀ ਨਹੀਂ ਕਿ ਹਾਲਾਤ ਇੰਨੇ ਖਰਾਬ ਹੋ ਗਏ ਨੇ ਘਰ, ਪਤਾ ਹੀ ਕੋਈ ਨਹੀਂ ਬਸ ਸੁਣਨਾ ਕਿ ਬਸ ਡਾਂਟ ਡਪਟ ਕਰਦੇ ਰਹੀਦਾ ਸੀਗਾ, ਲੇਕਿਨ ਮੰਨਣਾ ਤੇ ਅਗਲੇ ਦੀ ਗੱਲ ਹੈ ਨਾ। ਚਾਚਾ ਇਹ ਮੁੰਡਾ ਅਦੀਲ ਜਿਹੜਾ ਹੈ ਘਰ ਵਿੱਚ ਕੋਈ ਰਾਸ਼ਨ ਰੂਸ਼ਨ ਪਾਉਂਦਾ ਸੀ, ਕੋਈ ਮਹੀਨੇ ਦਾ ਖਰਚਾ ਦਿੰਦਾ ਸੀ, ਪੈਸੇ ਦਿੰਦਾ ਸੀ, ਕੀ ਵਜ੍ਹਾ ਸੀ? ਕੋਈ ਐਡੇ ਖਾਸ ਨਹੀਂ ਸੀ ਦਿੰਦਾ। ਵਿਆਹਿਆ ਵਰਿਆ ਤੇ ਸੀ? ਨਹੀਂ, ਗੈਰ ਸ਼ਾਦੀशुदा। ਗੈਰ ਸ਼ਾਦੀशुदा ਕੋਈ ਰਿਸ਼ਤਾ ਵੀ ਹਾਲੀ ਕੋਈ ਨਹੀਂ ਹੋਇਆ ਸੀ? ਨਹੀਂ ਨਹੀਂ ਹਾਂ ਨਹੀਂ ਹਾਲੀ ਕੋਈ ਗੱਲਬਾਤ ਕੋਈ ਨਹੀਂ। ਤੇ ਇਹ ਜਿਹੜੀ ਬੱਚੀਆਂ ਨੇ ਇਹਨਾਂ ਦੇ ਕੋਈ ਰਿਸ਼ਤੇ ਮਿਸ਼ਤੇ ਹੋਏ ਸਨ? ਨਹੀਂ, ਇਹ ਵੀ ਕੁਆਰੀਆਂ ਸੀ, ਕੋਈ ਰਿਸ਼ਤਾ ਨਹੀਂ ਸੀ ਹੋਇਆ। ਜਿਹੜੀ ਬੱਚੀਆਂ ਦੀ ਸ਼ਾਦੀਆਂ ਹੋਈਆਂ ਇਹਨੂੰ ਆਪਦੇ ਆਪਦੇ ਘਰ ਵਾਲੀਆਂ? ਉਹ ਆਪਦੇ ਘਰ ਵਾਲੀਆਂ। ਤੇ ਚਾਚਾ ਮੋਬਾਈਲ ਦੀ ਬਲਾ ਘਰ ਬੜੀ ਕਦੋਂ ਸੀ? ਇਹ ਮੋਬਾਈਲ ਵਾਲੀ ਬਲਾ ਆਈ ਕਦੋਂ ਘਰ? ਇਹ ਤੇ ਫਿਰ ਕਾਫੀ ਮਤਲਬ ਕਿ ਵੀ ਅਸੀਂ ਇਹ ਲੈ ਕੇ ਤੇ ਆਪ ਹੀ ਦਿੱਤੇ ਸੀ? ਮੇਰੀ ਗੱਲ ਅਸੀਂ ਮੋਬਾਈਲ ਖਰੀਦਦੇ ਆ, ਹੁਣ ਘਰ ਵੀ ਤਾਂ ਰਾਬਤਾ ਕਰਨ ਲਈ ਦੇਣਾ ਹੀ ਹੈ ਨਾ। ਕੋਈ ਸਬਜ਼ੀ ਦੀ ਜ਼ਰੂਰਤ, ਕੋਈ ਮਹਿਮਾਨ ਆ ਗਿਆ, ਕੋਈ ਚਾਹ ਪਾਣੀ, तो फिर राबता करना कि फलाना मेहमान आया या हांडी पकानी है, जल्दी हांडी पका दो। मजबूरी है देना, मजबूरी है, उस पर गुजारा नहीं है, गल ही नहीं हो सके। नो नो नो। ते उसे फोन ते टिकटॉक बनदे सन? 2 साल तो बच्चियां टिकटॉक बना रही हैं उधर। 2 साल तो नहीं, बस ठीक है। बहरहाल बनाउंदियां सीगियां, भाई ने मना कीता, नहीं हटियां। कोई 8-10 वारी मना कीता, नहीं हटियां। फिर गैरज च आके ना उसने एक कदम उठाया। ਤੁਸੀਂ ਮੁਤਮਈਨ ਹੋ ਕਿਸ ਚੀਜ਼ ਤੇ? ਇਸ ਵਾਕਿਆ ਤੇ ਮੁਤਮਈਨ ਕੀ? ਮੁੰਡੇ ਕੋਲ ਰਾਹ ਕੋਈ ਨਹੀਂ ਸੀ ਹੋਰ? ਮੁੰਡੇ ਬਸ ਅੱਜ ਕੱਲ ਦੇ ਬੱਚੇ ਨਹੀਂ ਸੁਣਦੇ। ਮੁਤਮਈਨ ਕੀ ਹੋਣਾ? ਮੇਰਾ ਤੇ ਨੁਕਸਾਨ ਹੋ ਗਿਆ ਨਾ, ਬਹੁਤ ਵੱਡਾ ਨੁਕਸਾਨ ਹੋ ਗਿਆ ਚਾਚਾ। ਮੈਂ ਨੁਕਸਾਨ ਕਰਾ ਕੇ ਮੁਤਮਈਨ ਕਾਹਦਾ? ਬਹੁਤ ਮੈਂ ਨਹੀਂ ਮੁਤਮਈਨ, ਹੈ ਗਲਤ ਆ। ਤੇ ਬਕਾਇਆ ਦੂਸਰਾ ਹੈ ਕਿ ਵੀ ਪੰਜਾਬ ਪੁਲਿਸ ਨੇ ਸਾਡੇ ਨਾਲ ਬੜਾ ਅੱਛਾ ਤਾਬਨ ਕੀਤਾ, DPO ਸਾਹਿਬ ਨੇ ਬੜਾ ਅੱਛਾ ਤਾਬਨ ਕੀਤਾ ਤੇ ਸਾਡੇ ਲਈ ਸਾਨੂੰ ਕੋਈ ਮੁਸ਼ਕਲ ਨਹੀਂ ਉਹਨਾਂ ਨੇ ਸਾਡੇ ਸਾਹਮਣੇ ਖੜੀ ਕੀਤੀ। ਤੇ ਨਾ ਪੁਲਿਸ ਵਾਲਿਆਂ ਨੇ ਨਾ DPO ਸਾਹਿਬ ਨੇ ਸਾਡੇ ਨਾਲ ਕੋਈ ਬਦਤਮੀਜ਼ੀ ਕੋਈ ਨਹੀਂ ਕੀਤਾ। ਰੋਲੇ ਕੁਲੇ ਲੋਗ ਹੋ ਭਾਜੀ। ਹਾਂਜੀ, ਤੁਹਾਡੇ ਤੇ ਅਜ਼ੀਅਤ ਆਪ ਕਰ ਰਹੀ ਹੋਈ, ਅੱਲਾ ਮਾਫ। ਜੀ ਜੀ ਬਿਲਕੁਲ। ਮਿਲਤੇ ਬ੍ਰੇਕ ਕੇ ਬਾਅਦ। ਅਮਾ ਇਸ ਟਾਈਮ ਹੁਣੇ ਵਾਕਿਆ ਹੋ ਗਿਆ, ਕੱਲ ਨੂੰ ਚਾਚਾ ਆਂਦਾ ਤੁਹਾਨੂੰ, ਚਾਚਾ ਆ ਕੇ ਕਹਿੰਦਾ ਕਿ ਸ਼ੋਦੀਆਂ ਮਰ ਗਈਆਂ ਜਿੰਨਾ ਮਰਨਾ ਸੀ ਤੇ ਹੁਣ ਜਾਂਦਾ ਕਰੀਏ, ਮੁੰਡੇ ਨੂੰ ਵਾਪਸ ਲੈ ਆਈਏ। ਤਿਆਰ ਹੋ? ਕਦੋਂ ਲਿਆਣਾ? ਜਦੋਂ ਲਿਆਉਣਾ ਹੋਇਆ ਦੱਸਾਂਗਾ ਜੀ। ਜਦੋਂ ਅਸੀਂ ਰਿਲੈਕਸ ਹੋ ਜਾਾਂਗੇ ਨਾ, ਅਜੇ ਜਿੰਨੀ ਟੈਨਸ਼ਨ ਖਤਮ ਹੋ ਜਾਏਗੀ ਬਾਅਦ ਚ ਦੇਖਾਂਗੇ। ਕੋਈ ਸਾਲ 2 ਸਾਲਾਂ ਬਾਅਦ ਇਸ ਮੌਜੂ ਤੇ ਸੋਚਾਂਗੇ। ਕੋਈ ਮੁਲਾਕਾਤ ਕੀਤੀ ਉਸ ਤੋਂ ਬਾਅਦ ਮੁੰਡੇ? ਨਹੀਂ, ਅੱਜ ਹੀ ਚਲਾਨ ਹੋ ਕੇ ਗਿਆ। ਨਹੀਂ ਆਵਾ ਸਾਵਾ ਹੋਇਆ ਮੁੰਡੇ ਨਾਲ? ਹਾਂ, ਥਾਣੇ ਜਾਂਦੇ ਰਹੇ, ਗੱਲਬਾਤ ਹੋਈ ਹੈ? ਹਾਂਜੀ। ਕੀ ਕਹਿੰਦੇ? ਉਹ ਇੰਨਾ ਟਾਈਮ ਨਹੀਂ ਦਿੰਦੇ ਹਵਾਲਾਤ ਦੇ ਵਿੱਚ ਕਿਸੇ ਨੂੰ ਗੱਲ ਕਰਨ ਕੋਈ ਆਮਨਾ ਸਾਹਮਣਾ ਤੇ ਹੋਇਆ ਹੋਏਗਾ ਨਾ, ਸਲਾਮ ਦੁਆ ਤੇ ਹੋਈ ਹੋਇਆਗਾ। ਸਲਾਮ ਦੁਆ ਹੋਈ ਆ। ਕਹਿੰਦਾ ਮੁੰਡਾ ਉਹ ਇਹੀ ਮੈਨੂੰ ਕਹਿੰਦਾ ਕਿ ਤੂੰ ਥਾਣੇ ਨਾ ਆਇਆ ਕਰ। ਹਾਂ। ਤੇ ਬਾਕੀ ਉਹ ਮੁੰਡਾ ਮੁਤਮਈਨ ਨੇ ਉਹਨੇ ਜੋ ਕੀਤਾ ਉਹ ਸਮਝਦਾ ਠੀਕ ਕੀਤਾ? ਉਹ ਇਹੀ ਸਮਝਦਾ ਮੈਂ ਸਹੀ ਕੀਤਾ ਜੋ ਕੀਤਾ। ਸਹੀ ਕੀਤਾ। ਤੇ ਸਾਫਜ਼ਾਰਾਂ ਨੇ ਐਡਾ ਵੱਡਾ ਕਦਮ ਉਠਾਇਆ ਤੇ ਉਹਨੇ ਆਪਣੇ ਆਪ ਨੂੰ ਸਹੀ ਕਿਹਾ ਤੇ ਐਡਾ ਵੱਡਾ ਕਦਮ। ਚਾਚਾ ਪਿਸਤੌਲ ਕਿੱਥੋਂ ਆਇਆ ਸੀ? ਇਹ ਕੋਈ ਉੱਥੋਂ ਕਰਾਚੀ ਪਠਾਨਾ ਤੋਂ ਲੈ ਕੇ ਆਇਆ ਸੀ, ਸਬਜ਼ ਮੰਡੀ ਚੋਂ। ਯਾਨੀ ਜਦੋਂ ਮੁੰਡਾ ਕਰਾਚੀੋਂ ਟੁਰਿਆ ਹੈ, ਈਦ ਕਰਨ ਆਇਆ ਹੈ ਜੀ, ਮੁੰਡਾ ਉਸ ਟਾਈਮ ਜ਼ਿਹਨੀ ਤੌਰ ਤੇ ਤਿਆਰ ਸੀ ਕਿਵੇਂ ਕਰ ਦਿਆ ਕਤਲ? ਨਹੀਂ, ਉਹਦੇ ਜ਼ੇਨ ਦਾ ਅਸੀਂ ਨਹੀਂ ਕੁਝ ਕਹਿ ਸਕਦੇ। ਤੇ ਫਿਰ ਉਹ ਪਿਸਤੌਲ ਕਿਵੇਂ ਆਇਆ ਸੀ ਘਰ? ਉਹ ਖੁਦ ਲੈ ਕੇ ਆਇਆ ਨਾ ਉੱਥੋਂ। ਨਵਾਂ ਲਿਆ ਸੀ? ਇਹ ਨਹੀਂ ਮੈਨੂੰ ਪਤਾ, ਮੈਨੂੰ ਤੇ ਉਦੋਂ ਪਤਾ ਲੱਗਿਆ ਜਿੱਦਣ ਵਾਕਿਆ ਹੋਇਆ। ਉਹੀ ਕਹਿ ਰਿਹਾ ਨਾ ਉਹਦਾ ਕੋਈ ਲਾਇਸੈਂਸ ਨਾ ਕੋਈ ਉਹ ਅਸਲਾ, ਉਹ ਤਾਂ ਗੈਰ ਕਾਨੂੰਨੀ ਅਸਲਾ ਸੀ। ਉਹ ਲੈ ਕੇ ਆਇਆ ਤੇ ਕਿਸੇ ਕੰਮ ਕਾਣ ਪਾਰੋਂ ਹੀ ਲੈ ਕੇ ਆਇਆ ਨਾ। ਤੁਹਾਨੂੰ ਦੱਸਦਾ ਨਾ, ਬਿਲਕੁਲ ਉਹਨੂੰ ਹੀ ਪਤਾ। ਮੁੰਡਾ ਜਦੋਂ ਘਰ ਆਇਆ ਸੀ ਕੋਈ ਉਹਦੇ ਤੇਵਰ ਬਦਲੇ ਬੁਦਲੇ ਲੱਗਦੇ ਸਨ ਕਿ ਤਾਬੇਦਾਰ ਸੀ? ਉਹ ਠੀਕ ਸੀਗਾ, ਬਿਲਕੁਲ ਸਹੀ। ਖਾਸਾ ਸਦਾ ਖੇਲਦਾ। ਤੁਹਾਨੂੰ ਪਤਾ ਸੀ ਘਰ ਪਿਸਤੌਲ ਆਇਆ? ਨਹੀਂ ਸਾਨੂੰ ਨਹੀਂ ਪਤਾ। ਚਾਂਦ ਰਾਤ ਤੂੰ 2 ਤਾਰੀਖ ਤਾਈਂ ਵਾਵਾ ਦੇ ਨੇ। ਉਹਨੇ ਕਿਹੜਾ ਘਰ ਰੱਖਿਆ ਹੋਣਾ, ਕੀ ਪਤਾ ਕਿੱਥੇ ਫੜਾਇਆ ਹੋਇਆ ਸੀ, ਕਿੱਥੇ ਨਹੀਂ ਦਿੱਤਾ। ਯਾਨੀ ਕੋਈ ਹੋਰ ਵੀ ਨਾਲ ਹੋ ਸਕਦਾ ਹੈ ਜਿਹਨੂੰ ਪਿਸਤੌਲ ਫੜਾਇਆ ਹੋਇਆ ਸੀ? ਕੀ ਪਤਾ, ਨਹੀਂ ਪਤਾ, ਉਹ ਤੇ ਨਹੀਂ ਪਤਾ। ਹਾਂ, ਅੱਲਾ ਨੂੰ ਜਾਣਦੇ ਨਹੀਂ, ਅਸੀਂ ਕਿਉਂ ਝੂਠ ਮਾਰੀਏ। ਹਾਂ, ਘਰ ਨਹੀਂ ਉਹਨੇ ਰੱਖਿਆ। ਘਰ ਪਿਸਤੌਲ ਨਹੀਂ रखा? नहीं। माँ कह रही है कि पिस्तौल घर पर नहीं रखा, और अगर ये सच कह रही है तो इसका मतलब है कि there is someone else as well, कोई और भी है जिसके पास ये इलीगल वेपन रहा जो आला कत्ल बाद में बना, और उस आला कत्ल को किसी ने अपनी कस्टडी में तो रखा ना, क्योंकि हाजी साहब कह रहे हैं, लियाकत साहब, कि वेपन कराची से आया है। इस बात के मुताबिक 2 अप्रैल तक वेपन मौजूद रहा है और 2 अप्रैल को ये वेपन चला है।
جس نے بھائی کے ہاتھوں 3 بہنوں کی جان لینے کی کوشش کی ہے، جس میں ایک بچی جاں بحر ہو گئی ہے اور 2 بچیاں اپنے خالق کے حقیقی سے جا ملی ہیں۔ اما منڈے نال ملاقات ہوئی ہے اس تو بعد؟ میں نہیں جانی، میرا نہیں دل کرتا جان دے واقعی کوئی آخری گل کر کے گیا سی؟ نہیں، میں تو اتنے رون لگ گئی سی جو نکلیا پتہ نہیں۔ کدی ایویں ہویا کہ عیدوں بعد جدوں آیا تھانوں کہندا ہوے کہ سمجھاؤ بچیاں نو، کوئی بچیاں نو قابو کرو؟ نہیں کوئی گل نہیں کیتی آویتی ہوئے گی کڑیاں نے۔ ہاں میں آئی ایم ناٹ جسٹ گوئنگ ٹو آسک اینی مور کوسچن، میں مزید کوئی سوال نہیں کر رہا کیونکہ میں کسی کا زخم کریدنا نہیں چاہتا۔ میں آنیسٹلی بتاؤں کہ یہ جو باپ ہوتا ہے نا، یہ باہر کا پنچھی ہوتا ہے، ماں جو ہے وہ گھر کی ملکہ ہوتی ہے۔ لٹرلی ایک بات بتاؤں، قیامت کی نشانیوں میں ایک نشانی ہے کہ باپ اور مائیں اپنے والدین کو جنیں گے۔ وہ یہی باتیں ہیں کہ اولاد جیسے بڑی ہوتی ہے وہ باپ کی طرح ٹریٹ کرنا اور بیہیو کرنا شروع کر دیتی ہے۔ ہمبل سبمیشن کہ گھر کا ماحول کی بڑی ذمہ داری جو ہے وہ بہرحال پیرنٹس پہ ہوتی ہے، اور اگر ہم بیٹوں اور بیٹیوں کو ایک نظر سے دیکھنے کی کوشش کریں تو شاید اکرام احترام قائم رہ سکتا ہے۔ اور میں آئی ایم ویری لاؤڈ اینڈ کلیئر اباؤٹ اٹ کہ یہ نوجوان یا ایسا کوئی بھی نوجوان جس نے ایک جان لے لی، ایسے 2 لے چکے ہیں نا، 3 زخمی کر چکے ہیں، اگر ماں باپ خاندان قبیلہ یہ سمجھے کہ سال 6 سال 2 سال 5 سال بعد انسان بن جائے گا تو گھر واپس لے آؤ، تو یاد رکھیے گا کہ یہ وہ ناسور ہوتے ہیں جو ایک کے بعد دوسرا اور دوسرے کے بعد تیسرا نقصان کرتے ہیں۔ اللہ کی پناہ۔ یہ بوڑھی ماں ہے جی جو اس مقام پر یہاں برتن دھو رہی ہیں، ادھر کھانا پکا رہی ہیں، اوپر کمرے میں بچیاں ٹک ٹاک بناتی ہیں، بھائی کراچی سے آئے ہیں، یہاں پر موجود ہے، ماں بشرا اور فضا دونوں کو آواز دیتی ہے کہ تھلے آؤ تے آ کے کھانا کھا لو۔ بوڑھی مائیں کھانا پکا رہی، ساتھ برتن بھی دھو رہی ہے، بچیاں توجہ نہیں کرتی۔ اور یہ ایک دن کی بات نہیں ہے، یہ معمول ہے کہ بچیاں ٹک ٹاک پر مصروفیت اپنی بنائے رکھتی ہیں۔ ماں بار بار بلاتی ہے، بچیاں نہیں آتی، بھائی یہاں سے آتا ہے، اوپر جاتا ہے، اور ماں کو نہیں پتا کہ کیا ہو رہا ہے۔ آج اس کے گھر میں کوہرام آنے والا ہے، آج اس کی دنیا جس کو اس نے سالہ سال لگا کر بنایا، پروان چڑھائے، اجڑنے جا رہی ہے۔ بھائی اوپر جاتا ہے، اس کمرے کا دروازہ کھولتا ہے، بقول ماں کے اندر آتا ہے، اور اندر داخل ہو کر اس کمرے کے دروازے کو کنڈی لگا لیتا ہے۔ یہ دروازے کو کنڈی لگانے کے بعد ماں نارمل ہے کہ بھائی گیا اوپر بہنے ہیں، کوئی ٹک ٹاک بنا رہی ہیں، بھائی مسلح ہوتا ہے، بھائی کے پاس ویپن ہوتا ہے، اور بھائی یہ بچیاں جی تینوں، جن میں سے 2 بچیاں بشرا اور فضا کو گولیاں مارتا ہے، یہاں پر ان کی جان لیتا ہے، انہیں قتل کرتا ہے۔ ماں نیچے سے گولی کی آواز سنتی ہے، اوپر بھاگتی ہے، ہانپتی کانپتی بوڑھی عورت اس دروازے کو پیٹتی آ کے کہ کی ہویا، کی کیتا جی، کی ہویا، گولی کتھوں، آواز کتھوں آئی۔ یہ بزرگ ہیں، چند لمحے پہلے حاجی صاحب جو ہیں لیاقت بھائی گھر سے نکلے ہیں چھوٹے بیٹے کے ساتھ، لیاقت بھائی ایسے ہی ہیں، اس کو کام پر لے کر ساتھ جا رہے ہیں۔ لیاقت صاحب ایک وکیل کے ساتھ ملازمت کرتے ہیں اور اپنے گھر کے لیے بریڈ ارنر ہیں، بریڈ ونر ہیں گھر کے۔ بیٹا یہاں سے نکلا ہے باہر، ماں کے طوطے اڑ گئے دیکھ کے، ماں اوپر چیخ رہی ہے، آہو بکا میں ہے، پریشان ہے کہ میرے ساتھ یہ ہوا کیا ہے۔ بیٹا نیچے آیا، بیٹا نیچے جاتا ہے تو تیسری بہن عشا باہر گئی ہے اچار لینے کے لیے، دروازے پر بھائی مسلح ہے، ماں سے اس نے کوئی بات نہیں کی، ماں اندر چلی گئی ہے، ماں اپنی بچیوں کو خون میں لت پت دیکھ رہی ہے۔ یہاں پہنچتا ہے تو عشا گھر میں داخل ہو گئی ہے، عشا اپنے بھائی کو جپھی ڈال لیتی ہے، اور بھائی عشا کو اسی قاتل پستول کے ساتھ گولی مارتا ہے جو اس کے بازو میں سے ہوتے ہوئے اس کے ایک گردے میں لگتی ہے۔ اور اس وقت 2 بہنیں جو ہیں وہ اللہ کو پیاری ہو چکی ہیں، اور تیسری بہن چھوٹی بہن عشا جو ہے وہ اس وقت ساہیوال میں اپنی زندگی اور موت کی جنگ لڑ رہی ہے۔ کیوں؟ کیونکہ ان کا بھائی، ان کا محافظ، ان کا نگہبان
जिस पर उनको मान था, कहते ने भरावां भैणां दी शान होंदे ने भरा, लेकिन उसको नहीं पता था कि आज इस घर में उस भाई के जरिए क़यामत आने वाली है। इस वक्त उस बच्ची का गुर्दा रिमूव कर दिया गया, तीसरी का, ईशा का, और वो अपनी जिंदगी मौत की जंग लड़ रही है। और ये घर एक सवालिया निशान बना बैठा, और वजह है एक टिकटॉक।